ਜਿੰਨਾ ਤਾਂ ਸਹਿ ਸਕਦੇ ਹੋ ਸਹਿ ਲਓ, ਜੀ ਨਹੀਂ ਤਾਂ 1-2 ਮਿੰਟ ਉੱਠ ਕੇ ਅੱਗੇ ਪਿੱਛੇ ਤੁਰ ਕੇ ਫਿਰ ਬਹਿ ਜਾਓ। ਜੀ ਠੀਕ ਹੈ ਨਾ, ਕਿਉਂਕਿ ਜੇ ਆਪਾਂ ਬੈਠੇ ਰਵਾਂਗੇ ਤਾਂ ਧਿਆਨ ਫਿਰ ਪੀੜ ਵਿੱਚ ਜਾਊਗਾ। ਹਾਂਜੀ ਸੋ ਇਸ ਕਰਕੇ ਆਪਾਂ ਧਿਆਨ ਲਗਾਉਣਾ, ਅੱਖਾਂ ਦੇ ਪਿੱਛੇ ਟਿਕਾਣਾ। ਜੀ ਸੋ ਜਦੋਂ ਪੀੜ ਜ਼ਿਆਦਾ ਹੋਵੇ ਤਾਂ 1-2 ਮਿੰਟ ਉੱਠ ਕੇ ਜਾਂ ਥੋੜੀਆਂ ਜਿਹੀਆਂ ਲੱਤਾਂ ਚੌੜੀਆਂ ਕਰਕੇ ਤਾਂ ਫਿਰ ਕੋਸ਼ਿਸ਼ ਕਰੋ ਕਿ ਆਪਾਂ ਕਰੀਏ। ਬਾਬਾ ਜੀ ਜਦੋਂ ਭਜਨ ਦੇ ਆਸਨ ਤੇ ਬੈਠਦੇ ਆ ਤੇ 15-20 ਮਿੰਟ ਬਾਅਦ ਸਿਰ ਗੁੰਮ ਹੋ ਜਾਂਦਾ ਇੱਕਦਮ, ਤੇ ਚੰਗੀ ਸੋ ਸਮਝ ਨਹੀਂ ਆਉਂਦੀ ਉਦੋਂ ਕੁਛ ਆਪਾਂ ਵੀ। ਸਮਝ ਕੇ ਕੀ ਲੈਣਾ, ਇਹ ਤਾਂ ਚੰਗੀ ਗੱਲ ਹੈ। ਜੀ ਹਾਂ, ਫਿਰ ਮੈਂ ਬਦਲ ਲੈਣਾ ਜੀ, ਫਿਰ ਨਾ 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 ਲੰਮੇ ਪੈ ਜਾਣਾ। ਨਾ ਨਾ ਨਾ, ਬੈਠੇ ਰਹੋ, ਬੈਠੇ ਰਹੋ, ਬੈਠੇ ਰਹੋ। ਠੀਕ ਬਾਬਾ ਜੀ, ਇੱਕ ਬੇਨਤੀ ਸੀ ਕਿ ਤੁਹਾਡੀ ਦਇਆ ਨਾਲ ਦੋਨੇ ਬੱਚੇ ਬੜੇ ਆਗਿਆਕਾਰੀ ਨੇ। ਬੇਟੇ ਦਾ ਇੱਕ ਸਵਾਲ ਸੀ ਬਾਬਾ ਜੀ, ਉਹ ਰੀਸੈਂਟਲੀ ਆਰਮੀ ਆਫਿਸਰ ਸਿਲੈਕਟ ਹੋਇਆ ਇੱਥੇ। ਬਾਬਾ ਜੀ ਉਹਦੇ ਬਰਥਡੇ ਸੀ ਅਕਤੂਬਰ ਵਿੱਚ, ਤੇ ਉਹਦੇ ਆਫਿਸਰਸ ਨੇ ਨਾ ਉਹਦੇ ਕੋਲ ਪਾਰਟੀ ਮੰਗੀ। ਬਾਬਾ ਜੀ ਨੌਨ ਵੈਜ ਦੀ ਡਿਮਾਂਡ ਕੀਤੀ ਸੀ ਉਹਦੇ ਕੋਲ, ਤੇ ਉਹ ਹੁਣ ਪਜਲ ਹੋ ਗਿਆ ਜੀ, ਕਿਉਂਕਿ ਆਫਿਸਰਸ ਨੂੰ ਮਨਾ ਵੀ ਨਹੀਂ ਕਰ ਸਕਦਾ ਤੇ ਘਬਰਾ ਵੀ ਜਾਂਦਾ ਜੀ। ਘਬਰਾਉਣ ਦੀ ਲੋੜ ਨਹੀਂ ਬੇਟਾ, ਆਪਾਂ ਕੋਸ਼ਿਸ਼ ਕਰੀਏ। ਜ਼ਿੰਦਗੀ 'ਚ ਕਈ ਇਹੋ ਜਿਹੇ ਮੁਕਾਮ ਆਉਣਗੇ, ਇਹ ਵੀ ਸਾਡਾ ਇਮਤਿਹਾਨ ਹੀ ਆ, ਤੁਸੀਂ ਸਮਝ ਲਓ। ਤੇ ਬਾਬਾ ਜੀ ਉਹ ਇਸ ਕਰਕੇ ਰੋਂਦਾ ਸੀ ਕਿ ਮੇਰੇ ਤੇ ਕਰਮ ਵੀ ਪੈਣੇ ਆ, ਔਰ ਮੈਂ ਕਿਉਂਕਿ ਇਹਦੇ ਜੇ ਸਟਾਰਟਿੰਗ ਅੱਗੇ ਅੱਗੇ ਬਹੁਤ ਪਾਰਟੀਆਂ ਹੋਣੀਆਂ ਤੇ ਉੱਥੇ ਨੌਨ ਵੈਜ। ਨਹੀਂ, ਇਹੋ ਜਿਹੀ ਕੋਈ ਗੱਲ ਨਹੀਂ ਬੇਟਾ, ਇਹੋ ਜਿਹੀ ਬਥੇਰੇ ਆਰਮੀ ਆਫਿਸਰ ਹੈਗਾ ਬੇਟਾ ਹਾਂਜੀ ਜਿਹੜੇ ਸਰ, ਬਾਬਾ ਜੀ ਉਹ ਨਹੀਂ ਖਾਂਦਾ, ਪਰ ਉਹ ਕਹਿੰਦਾ ਕਿ ਆਫਰ ਕਰਦੇ, ਉਹ ਜਦੋਂ ਮੰਗਦੇ ਫਿਰ ਦੇਣਾ ਪੈਂਦਾ ਜੀ। ਬੇਟਾ ਕੋਸ਼ਿਸ਼ ਕਰੇ, ਆਪਣੇ ਜਿਹੜਾ ਵੀ ਸੀਨੀਅਰ ਹੈ ਉਹਦੇ ਕੋਲ ਜਾ ਕੇ ਗੱਲ ਕਰੇ ਜੀ ਕਿ ਜੀ ਮੇਰੀ ਆਹ ਦਿੱਕਤ ਹੈ, ਮੈਨੂੰ ਦੱਸੋ ਮੈਂ ਕਿਵੇਂ ਹੱਲ ਕਰਾਂ। ਜੀ ਹਾਂ। ਠੀਕ ਰਸ। Thank you for blessing me with this opportunity. I really want to thank you for everything I have. And when everything is going well, I start just taking things for granted and eventually criticizing and finding flaws in everything, even if it is whole in itself. I don't know. Beta, don't you think we should appreciate what the Lord has given us, beta? You see, even in our sort of ordinary relationship with our parents, whatever the parents have, they're going to give to their children, right? But they just waiting for that opportunity that the children should appreciate what they are giving them. So if there's one child who appreciates, they'll give it to him openly. The other child doesn't appreciate, they will hold back a little. It's not that they're not going to give it to that person, but they want him to appreciate. So similarly in life, beta, if we appreciate what the Lord is giving us, He will give us openly. But if we don't appreciate, then He holds back, that if I give it to them, they're not going to cherish it and they're just going to sort of squander it away. So if we are appreciating, it's for our own need, na? Benefit goes to whom? Oh, and how can I develop Ishq Mijazi and then further convert it into Ishq Hakiki? But all these are concepts which are explained to us. Like I said, nobody can put love into you. Love is something which has to grow from within you. Everything in life is need-based, right? You feel the need to be clean, you have a bath. You feel the need to sustain the body, you eat food. So everything in life is need-based. So when you start feeling the need, we come to that level of maturity where you understand that life is much more than just the materialistic nature that we have given to it. That maturity will help you to make that love grow within you better. And thank you once again. And I want to work for you as a good human being. Thank you. ਬਾਬਾ ਜੀ, ਅਰਜ਼ ਹੈ, ਬਹੁਤ ਅਰਜ਼ ਹੈ, ਲੇਕਿਨ ਇੱਕ ਅਰਜ਼ ਦੇ ਵਿੱਚ ਸਭ ਕੁਝ ਕਹਿਣਾ ਚਾਹੁੰਦਾ ਕਿ ਬਾਬਾ ਜੀ ਮਹਿਸੂਸ ਹੁੰਦਾ ਹੈ ਜਿਵੇਂ ਬਾਣੀ 'ਚ ਪੜ੍ਹੀਦਾ ਹੈ, ਮੇਰਾ ਮੁਝ ਪੇ ਕੁਛ ਨਹੀਂ। ਜੇ ਮੈਂ ਅੱਜ ਤੁਹਾਡੇ ਸਾਹਮਣੇ ਵੀ ਖੜਾ ਹੋਇਆ, ਇਹ ਤੁਸੀਂ ਕੀਤਾ ਖੜਾ, ਔਰ ਜੋ ਗੱਲ ਕਰ ਰਿਹਾ ਮੈਂ ਤੁਹਾਡੇ ਹੁਕਮ ਨਾਲ ਹੀ, ਔਰ ਦੁਨੀਆ ਦੇ ਵਿੱਚ ਜਾਣੇ ਅਣਜਾਣੇ 'ਚ ਕਈ ਭੁੱਲਾਂ ਹੋਈਆਂ ਹੋਣਗੀਆਂ, ਬਖਸ਼ ਦੇਣਾ, ਬਖਸ਼ ਦੇਣਾ। ਭਾਈ ਸਾਹਿਬ ਦੇਖੋ, ਇਨਸਾਨ ਤਾਂ ਹੈ ਹੀ ਭੁੱਲਣਹਾਰ, ਮਗਰ ਉਹ ਵੀ ਬਖਸ਼ਣਹਾਰ ਹੈ। ਹਾਂਜੀ, ਮਗਰ ਆਪਾਂ ਸਿਰਫ ਲਫ਼ਜ਼ਾਂ ਦੇ ਨਾਲ ਨਹੀਂ ਇਸ ਚੀਜ਼ ਨੂੰ ਕਹਿਣਾ, ਕਰਨੀ ਦੇ ਨਾਲ। ਜੀ ਜੇ ਤਾਂ ਆਪਾਂ ਗਲਤੀ ਕਰਕੇ ਸਿੱਖਾਂਗੇ, ਕਿਉਂਕਿ ਮਾਲਿਕ ਨੇ ਜ਼ਿੰਦਗੀ ਦਿੱਤੀ ਹੈ ਸਿੱਖਣ ਵਾਸਤੇ। ਜੀ
ਜੇ ਗਲਤੀ ਕਰਕੇ ਸਿੱਖਾਂਗੇ ਉਹਦੀ ਬਖਸ਼ਿਸ਼ ਹੀ ਬਖਸ਼ਿਸ਼ ਹੈ, ਠੀਕ। ਮਗਰ ਇਨਸਾਨ ਸਿੱਖਦਾ ਨਹੀਂ। ਹਾਂਜੀ ਆਪਾਂ ਮਾਫੀ ਮੰਗ ਲੈਂਦੇ ਆ, ਫੇਰ ਕਰ ਲੈਂਦੇ ਆ, ਮਾਫੀ ਮੰਗ ਲੈਂਦੇ ਆ, ਫੇਰ ਕਰ ਲੈਂਦੇ ਆ। ਇਸ ਕਰਕੇ ਸਾਡੇ ਉੱਤੇ ਬੋਝ ਪੈਂਦਾ ਹੈ। ਇਸ ਕਰਕੇ ਜ਼ਿੰਦਗੀ ਤੋਂ ਸਿੱਖੋ। ਠੀਕ ਜੇ ਆਪਾਂ ਸਿੱਖ ਕੇ ਜੀਵਨ ਨੂੰ ਸਵਾਰਾਂਗੇ ਤਾਂ ਉਹਦੀ ਬਖਸ਼ਿਸ਼ ਹੀ ਬਖਸ਼ਿਸ਼ ਹੈ। ਠੀਕ। ਇੱਕ ਅਰਜ਼ ਹੋਰ, ਇੱਕ ਕੋਈ ਫਸਦਾ ਆਦਮੀ ਉਦੋਂ ਹੈ ਜਦੋਂ ਗ੍ਰਸਤੀ 'ਚ ਫਸਦਾ ਹੈ, ਆਪਣੇ ਹੱਥੀਂ ਜਾਲ ਬੁਣਦਾ ਹੈ ਤੇ ਉਹਦੇ ਵਿੱਚ ਆਪ ਹੀ ਫਸ ਜਾਂਦਾ ਹੈ। ਕਰਨਾ ਚਾਹੁੰਦਾ ਹੋਇਆ ਵੀ ਉਹੀ ਗੱਲ ਅਣਜਾਣੇ 'ਚ ਭੁੱਲਾਂ ਹੁੰਦੀਆਂ, ਫਿਰ ਟਾਈਮ ਨਹੀਂ ਦਿੱਤਾ ਜਾਂਦਾ। ਨਹੀਂ, ਮੈਂ ਨਹੀਂ ਮੰਨਦਾ ਬੇਟਾ। ਜ਼ਿੰਦਗੀ 'ਚ ਇੱਕ ਬੈਲੈਂਸ ਰੱਖਣਾ ਚਾਹੀਦਾ ਹੈ। ਠੀਕ ਦੇਖੋ, ਹਰੇਕ ਚੀਜ਼ ਵਿੱਚ ਬੱਚਾ ਕਵੇ ਮੈਂ ਜੀ ਸਿਰਫ ਖੇਲਣਾ ਹੈ, ਪੜ੍ਹਾਈ ਨਹੀਂ ਕਰਨੀ, ਤੁਸੀਂ ਇਹੀ ਕਹੋਗੇ ਕਿ ਬੇਟਾ ਖੇਲਣ ਦਾ ਵਕਤ ਹੈ ਔਰ ਪੜ੍ਹਨ ਦਾ ਆਪਣਾ ਵਕਤ ਹੈ। ਆਪਾਂ ਰੋਟੀ ਖਾਂਦੇ ਆ, ਰੋਟੀ 'ਚ ਵੀ ਆਪਾਂ ਨੂੰ ਪਤਾ ਹੈ ਕਿ ਬਈ ਕਾਰਬੋਹਾਈਡਰੇਟਸ ਵੀ ਖਾਣੇ ਚਾਹੀਦੇ ਆ, ਪ੍ਰੋਟੀਨ ਵੀ ਖਾਣੀ ਚਾਹੀਦੀ ਹੈ, ਫੈਟ ਵੀ ਖਾਣੇ ਚਾਹੀਦੇ ਆ। ਬੈਲੈਂਸ ਰੱਖਦੇ ਆ ਕਿ ਨਹੀਂ ਰੱਖਦੇ? ਹਾਂਜੀ। ਸਾਈਕਲ ਤੇ ਚੜ੍ਹਦੇ ਹੋ, ਜੇ ਬੈਲੈਂਸ ਨਹੀਂ ਰੱਖੋਗੇ ਤਾਂ ਕੀ ਹੋਊਗਾ? ਠੀਕ ਹੈ ਜੀ। ਇਸ ਕਰਕੇ ਬੇਟਾ ਜਿੰਨਾ ਚਿਰ ਆਪਾਂ ਬੈਲੈਂਸ ਨਹੀਂ ਰੱਖਾਂਗੇ ਤਾਂ ਨੁਕਸਾਨ ਤਾਂ ਸਾਡਾ ਹੀ ਹੈ। ਜੀ ਹੁਣ ਜੀ 24 ਘੰਟੇ ਹੈ, ਠੀਕ ਹੈ 24 ਘੰਟੇ ਬਹੁਤ ਹੈ ਜੀ। ਕਿ ਆਪਾਂ ਆਪਣੇ ਕੰਮਕਾਜ ਨੂੰ ਵੀ ਧਿਆਨ ਦੇਈਏ, ਪਰਿਵਾਰ ਨੂੰ ਵੀ ਦੇਈਏ ਔਰ ਰੂਹਾਨੀਅਤ ਨੂੰ ਵੀ ਦੇਈਏ। ਠੀਕ ਹੈ ਜੇ ਆਪਾਂ ਇੱਕ ਤਰਫਾ ਹੋਵਾਂਗੇ ਨਾ, ਜਿਸ ਚੀਜ਼ ਨੂੰ ਛੱਡਾਂਗੇ ਉਹਨੇ ਹੀ ਅੱਗੇ ਆ ਕੇ ਸਾਨੂੰ ਖਿੱਚਣਾ ਵਾਪਸ। ਠੀਕ ਹੈ। ਬਾਬਾ ਜੀ, ਮੇਰੀ ਇੱਕ ਵੱਡੀ ਪ੍ਰੋਬਲਮ ਇਹ ਹੈ ਕਿ ਮੈਂ ਧਿਆਨ ਤੇ ਬੈਠਦੀ ਜ਼ਰੂਰ ਹਾਂ, ਕੁਝ ਦੇਰ ਬੈਠੀ ਰਹਿੰਦੀ ਹਾਂ, ਫਿਰ ਉਸ ਤੋਂ ਬਾਅਦ ਕੀ ਹੁੰਦਾ ਹੈ ਕਿ ਸੈਲਫ ਐਨਾਲਿਸਿਸ ਕਰਨਾ ਸ਼ੁਰੂ ਕਰ ਦਿੰਦੀ ਹਾਂ, ਕ੍ਰਿਟੀਕਲ ਐਨਾਲਿਸਿਸ। ਇਹੀ ਸੋਚਿਆ ਕਿ ਮੈਂ ਕਿੱਥੇ ਗਲਤ ਹੈਗੀ ਆ, ਕਿਉਂਕਿ ਟਰੈਕ ਤੋਂ ਮਨ ਭਟਕ ਜਾਂਦਾ ਹੈ। ਆਈ ਵਾਂਟ ਟੂ ਨੋ ਹਾਊ ਟੂ ਟੇਮ ਮਾਈ ਮਾਈਂਡ। ਬੇਟਾ ਹੁੰਦਾ ਹੈਗਾ, ਕਈਆਂ ਨਾਲ ਹੁੰਦਾ ਹੈ, ਇਸ ਤੋਂ ਘਬਰਾਉਣਾ ਨਹੀਂਗਾ। ਮਗਰ ਬੇਟਾ ਸੈਲਫ ਐਨਾਲਿਸਿਸ ਆਪਾਂ ਕਰੀ ਚੱਲਾਂਗੇ, ਮਗਰ ਨਾਲ ਹੱਲ ਵੀ ਤਾਂ ਦੇਖਣਾ ਹੈ ਨਾ। ਹੁਣ ਆਪਾਂ ਡਾਕਟਰ ਕੋਲ ਜਾਂਦੇ ਹਾਂ, ਡਾਕਟਰ ਡਾਇਗਨੋਸ ਕਰਦਾ। ਹੁਣ ਸਿਰਫ ਡਾਇਗਨੋਸਿਸ ਨਾਲ ਤਾਂ ਆਪਣਾ ਹੱਲ ਨਹੀਂ ਹੋਣ ਲੱਗਾ, ਆਪਾਂ ਦਵਾਈ ਵੀ ਨਾਲ ਲੈਣੀ ਹੈ। ਸੋ ਡਾਇਗਨੋਸਿਸ ਤਾਂ ਆਪਾਂ ਜਿੰਨਾ ਮਰਜ਼ੀ ਕਰ ਲਈਏ, ਮਗਰ ਉਹਦਾ ਹੱਲ ਕੀ ਹੈ ਉਹਦੇ ਉੱਤੇ ਵੀ ਧਿਆਨ ਦੇਣਾ ਨਾ। ਹੱਲ ਆਪਣਾ ਭਜਨ ਸਿਮਰਨ ਹੈ। ਸੋ ਇਸ ਕਰਕੇ ਬੇਟਾ ਆਪਾਂ ਅਗਲਾ ਕਦਮ ਚੁੱਕੀ। ਮੈਂ ਨਹੀਂ ਕਹਿੰਦਾ ਇਹ ਮਾੜਾ ਹੈਗਾ, ਕਿਉਂਕਿ ਜਿੰਨਾ ਚਿਰ ਆਪਾਂ ਥੋੜੀ ਜੀ ਇੰਟਰੋਸਪੈਕਸ਼ਨ ਨਹੀਂ ਕਰਾਂਗੇ ਤਾਂ ਕਿਵੇਂ ਪਤਾ ਚੱਲੂਗਾ ਸਹੀ ਕੀ ਹੈ ਤੇ ਗਲਤ ਕੀ ਹੈ। ਮਗਰ ਹੁਣ ਆਪਾਂ ਅਗਲਾ ਸਟੈਪ ਚੱਕਣਾ ਕਿ ਭਜਨ ਸਿਮਰਨ ਕਰਕੇ ਸਾਨੂੰ ਉਹ ਤਾਕਤ ਮਿਲੇ ਕਿ ਆਪਾਂ ਇਹਨਾਂ ਸਭ ਚੀਜ਼ਾਂ ਤੋਂ ਅੱਗੇ ਵੱਧ ਸਕੀਏ। ਜ਼ਿੰਮੇਵਾਰੀਆਂ ਪੂਰੀਆਂ ਕੀਤੀਆਂ ਹੋਈਆਂ, ਸਭ ਕੁਝ ਸੈੱਟ ਹੈ, ਕੋਈ ਟੈਨਸ਼ਨ ਵੀ ਨਹੀਂ ਹੈ, ਫਿਰ ਵੀ ਮਨ ਭਟਕ ਜਾਂਦਾ ਹੈ ਬਿਨਾਂ ਮਤਲਬ ਤੋਂ। ਇਸ ਤਰ੍ਹਾਂ ਹੀ ਲੋਕਾਂ ਦੀਆਂ ਗੱਲਾਂ ਤੋਂ ਓਵਰ ਪਾਰ ਕਰਦੀਆਂ ਨੇ ਚੀਜ਼ਾਂ ਜਿਹੜੀਆਂ ਕਿ ਡਿਸਟਰਬ ਕਰ ਦਿੰਦੀਆਂ ਨੇ। ਵੀ ਪਰ ਦੁਨੀਆ ਨੇ ਨਹੀਂ ਬਖਸ਼ਣਾ ਆਪਾਂ ਨੂੰ, ਔਰ ਨਾ ਹੀ ਆਪਾਂ ਦੁਨੀਆ ਨੂੰ ਬਦਲ ਸਕਦੇ। ਜੇ ਦੋ ਜਾਣੇ ਚੰਗਾ ਕਹਿਣਗੇ ਤਾਂ ਦੋ ਜਾਣੇ ਮਾੜਾ ਕਹਿਣਗੇ। ਹੁਣ ਆਪਾਂ ਦੁਨੀਆ ਦੀ ਖੁਸ਼ੀ ਨਹੀਂ ਹਾਸਲ ਕਰ ਸਕਦੇ, ਆਪਾਂ ਮਾਲਕ ਦੀ ਖੁਸ਼ੀ ਹਾਸਲ ਕਰਨੀ, ਉਹਦੇ ਅੱਗੇ ਨਹੀਂ ਸ਼ਰਮਿੰਦੇ ਪੈਣਾ। ਦੁਨੀਆ ਤਾਂ ਸਾਰੀ ਉਮਰ ਲੱਗੇ ਰਹੋ, ਇਹਨਾਂ ਨੇ ਖੁਸ਼ ਨਹੀਂ ਹੋਣਾ ਬੇਟਾ। ਹਮ ਦੁਨੀਆ ਨੂੰ ਛੱਡ ਦਿਓ, ਸਾਡੇ ਆਪਣੇ ਬਾਲ ਬੱਚੇ ਕਦੇ ਖੁਸ਼ ਨਹੀਂ ਹੁੰਦੇ। ਸੋ ਇਸ ਕਰਕੇ ਹੁਣ ਆਪਾਂ ਦੇਖੀਏ ਬੇਟਾ ਕਿ ਜਿਹੜੀ ਜ਼ਿੰਮੇਵਾਰੀ ਲੈ ਕੇ ਆਏ ਆ ਆਪਾਂ ਉਹਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰੀਏ। ਬਾਬਾ ਜੀ, ਹੋਰ ਰਿਕੁਐਸਟ ਹੈ, ਤੁਸੀਂ ਸੇਵਾ ਦੀ ਬਖਸ਼ਿਸ਼ ਕੀਤੀ ਸੀ, ਬਹੁਤ ਖੁਸ਼ ਸੀ ਕਿ ਕੁਝ ਟਾਈਮ ਬਿਤਾਇਆ ਇੱਥੇ। ਹੁਣ ਲੋਕਡਾਊਨ ਕਰਕੇ ਥੋੜੀ ਜਿਹੀ ਪ੍ਰੋਬਲਮ ਆਈ ਹੋਈ ਹੈ, ਦੁਬਾਰਾ ਬਖਸ਼ਿਸ਼ ਕਰੋ ਸੇਵਾ ਦੀ, ਜਦ ਤੱਕ ਹਿੰਮਤ ਹੈ। ਨਹੀਂ, ਲੋਕਡਾਊਨ ਦਾ ਮਕਸਦ ਹੀ ਇਹ ਹੈ ਕਿ ਤੁਸੀਂ ਸਾਰੇ ਘਰੇ ਬਹਿ ਕੇ ਭਜਨ ਸਿਮਰਨ ਕਰੋ। ਹੁਣ ਮਾਲਕ ਨੇ, ਆਪਾਂ ਕਹਿੰਦੇ ਜੀ ਵਕਤ ਨਹੀਂ ਮਿਲਦਾ, ਮੌਕਾ ਨਹੀਂ ਮਿਲਦਾ, ਹੁਣ ਤਾਂ ਮਾਲਕ ਨੇ ਪੂਰਾ ਮੌਕਾ ਦਿੱਤਾ। ਹੁਣ ਕੀ ਬਹਾਨਾ ਰਹਿ ਗਿਆ ਆਪਣੇ ਕੋਲੇ? ਕਿਉਂਕਿ ਸਾਰੀ ਉਮਰ ਜੌਬ ਕਰਕੇ ਬਿਜ਼ੀ ਰੱਖਿਆ ਆਪਣੇ ਆਪ ਨੂੰ, ਹੁਣ ਥੋੜਾ ਜਿਹਾ ਮੁਸ਼ਕਿਲ ਲੱਗ ਰਿਹਾ ਹੈ ਟਾਈਮ ਪਾਸ ਕਰਨਾ। ਜਦੋਂ ਤੱਕ ਹਿੰਮਤ ਦਿੱਤੀ ਹੈ ਤੁਸੀਂ, ਭਜਨ सिमरन करो। ठीक है जी, शुक्रिया। बाबा जी, मेरा पहला प्रश्न ये है कि जब भी हम आध्यात्मिक पुस्तक पढ़ते हैं, चाहे वेद है, गीता है, संत मत की पुस्तकें हैं, उसमें 4 शब्द मोस्टली आते हैं, जीव, आत्मा, ईश्वर, ब्रह्म। तो कई बार कंफ्यूजन हो जाता है कि जीव क्या है, ईश्वर क्या है, ब्रह्म क्या है। तो आते वर्ड जरूर हैं, थोड़ा आप क्लैरिटी कर दें तो। बेटा वैसे तो सब कुछ ही एक है। हम जैसे गुरबानी में आता है ना कि आत्म में राम, राम में आत्म, चीनस गुर विचारा, कि आत्मा के अंदर परमात्मा है, परमात्मा के अंदर आत्मा है, मगर इस भेद को कोई विरला ही पहचान पाया। तो हम तो लगे ही उसी कोशिश में हैं कि हम इस भेद को पहचान पाएं, ठीक है ना।
तो जैसे एक सूरज है, सूरज से किरणें निकलती हैं, तो अगर हम जमीन पे देखेंगे तो हमें किरणें दिखाई देंगी, और किरणें तो हजारों करोड़ों हैं। तो वैसे ही हम अपने आप को एक दूसरे से अलग सोचते हैं, मगर हम अपना ध्यान ऊपर की तरफ करेंगे, ऊपर हमें एक सूरज दिखाई देता है। सूरज किरण के बगैर रह सकता है? किरण तो सूरज के बगैर तो उसकी कोई हस्ती नहीं है ना। तो हम उस एक की प्रोजेक्शन है। अब जैसे अंग्रेजी अपना इस क्रिश्चियन धर्म में फादर, सन एंड होली गोस्ट कहते हैं ना। फादर कौन है? मालिक है। सन कौन है? जो मौजूदा संत महात्मा है। और होली गोस्ट शब्द है, मगर है तो तीनों एक ना। सो ये सब चीजें एक हैं, मगर हमारे क्योंकि हमारी इतनी समझ नहीं है, तो हमें समझाने के लिए इनको डिवाइड करके एक एक हस्ती बनाई गई। अब हिंदू धर्म में भी जैसे विष्णु हैं, शिव हैं या ब्रह्मा हैं, तो ये तो ताकतें हैं जिनको एक नाम दे दिया गया। मालिक एक है, मगर हम समझ नहीं पाए कि उस एक की इतनी ताकत हो सकती है, क्योंकि हमारा दायरा बहुत छोटा है। तो क्या हुआ? तो जैसे सूरज की एक एक किरण को लेके उसको आपने नाम दे दिया, ठीक है। सृष्टि बनाने वाला, वो जो क्वालिटी है, बनाने की क्वालिटी है, उसको ब्रह्मा बना दिया। चलाने वाला विष्णु बना दिया। तीसरी को शिव बना दिया। मगर ताकतें तो एक से आ रही हैं ना। तो ये तो सिर्फ हमें समझाने के लिए इनको डिवाइड किया गया है, मगर है सब कुछ एक। ठीक। बाबा जी, मेरा दूसरा जो प्रश्न है, जैसे रूटीन लाइफ में सब कुछ ठीक चल रहा है, घर में भजन सिमरन भी अच्छा चल रहा है, ठीक है सब कुछ, लेकिन जैसे किसी वजह से अगले दिन ही किसी दोस्त के साथ या वाइफ के साथ या किसी के साथ भी खटपट हो गई, तो मन बेचैन हो गया। मन बेचैन हुआ तो वो समझो दिन बेकार गया, 8-10 घंटे। तो कोई ऐसा फार्मूला बताओ कि लड़ाई जैसे हो भी तो 5 मिनट में नॉर्मल हो जाए दोबारा और शांत हो जाए मन। बेटा, भजन सिमरन का मकसद ही ये है कि मन में इतनी शांति आ जाए कि चाहे कुछ बोले कुछ कहे, हमारे मन के ऊपर कोई फर्क ना पड़े। तो ये तो अंदर से जब ताकत आएगी तब होगा ना। नहीं तो इंसान की तो फितरत है कि थोड़ा सा भी कुछ बोले तो हम रिएक्ट करते हैं, मगर रिएक्ट तो बेटा जानवर करते हैं। मालिक ने इंसान को विवेक की ताकत दी है कि हम सोच